ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਬਹੁਤ ਗੁਰਮੁਖਾਂ ਦੇ ਮੈਸੇजेस ਆਏ, ਕਾफ़ी ਸਮੇਂ ਤੋਂ ਆ ਰਹੇ ਸੀ ਕਿ ਵਾਹਿਗੁਰੂ ਜੀ ਜਪਜੀ ਸਾਹਿਬ ਦੀ ਜਿਹੜੀ ਬਾਣੀ ਹੈ ਉਸ 'ਤੇ ਵਿਚਾਰ ਸਾਂਝੀ ਕਰੋ, ਕਿਉਂਕਿ ਵਾਹਿਗੁਰੂ ਜੀ ਬਹੁਤ ਛੋਟੇ ਛੋਟੇ ਬੱਚਿਆਂ ਦੇ ਵੀ ਮੈਸੇਜ ਆਏ ਅਤੇ ਹਮ ਉਮਰ ਦੇ ਭੈਣ ਭਰਾਵਾਂ ਦੇ ਤਾਂ ਆਉਂਦੇ ਹੀ ਨਹੀਂ। ਬਹੁਤ ਜਿਹੜੇ ਬੱਚੇ ਸੀ ਵਾਹਿਗੁਰੂ ਜੀ ਉਹਨਾਂ ਨੇ ਮੈਸੇजेस ਵੀ ਕੀਤੇ ਅਤੇ ਉਹਨਾਂ ਦੇ ਅੰਦਰ ਇੱਕ ਪ੍ਰੇਮ ਜਿਹੜਾ ਹੈ ਬਾਣੀ ਲਈ ਉਹ ਸਾਨੂੰ ਨਜ਼ਰ ਆਇਆ ਅਤੇ ਆਪਾਂ ਉਹਨਾਂ ਨੂੰ ਸਤ ਬਚਨ ਕਿਹਾ ਸੀ ਉਹਨਾਂ ਗੁਰਮੁਖਾਂ ਨੂੰ ਕਿ ਆਪਾਂ ਜਲਦੀ ਬਣਾਵਾਂਗੇ, ਤਾਂ ਮਹਾਰਾਜ ਨੇ ਕਿਰਪਾ ਕੀਤੀ। ਆਓ ਅਸੀਂ ਅੱਜ ਤੋਂ ਵਿਚਾਰਨੀ ਸ਼ੁਰੂ ਕਰੀਏ ਜਪਜੀ ਸਾਹਿਬ ਦੀ ਬਾਣੀ। ਵਾਹਿਗੁਰੂ ਜੀ ਆਪਾਂ ਕੁਝ ਪੌੜੀਆਂ ਕਰਕੇ ਰੋਜ਼ ਜਿਹੜੀ ਵੀਡੀਓ ਦੇ ਵਿੱਚ ਵਿਚਾਰਿਆ ਕਰਾਂਗੇ। ਆਓ ਸਰਵਣ ਕਰੀਏ। ਵਾਹਿਗੁਰੂ ਜੀ ਨਿਤਨੇਮ ਦੀ ਪਹਿਲੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ 1430 ਅੰਗਾਂ ਦਾ ਟੀਕਾ ਜਪਜੀ ਸਾਹਿਬ ਦੀ ਬਾਣੀ ਹੈ। ਹੁਣ ਵਾਹਿਗੁਰੂ ਜੀ ਜਪਜੀ ਸਾਹਿਬ ਨੂੰ ਜਿਹੜਾ ਜੀਵ ਸਮਝ ਜਾਂਦਾ ਹੈ ਉਹ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਭਾਵ ਅਰਥ ਸਮਝ ਜਾਂਦਾ ਹੈ। ਇੱਕ ਵਾਹਿਗੁਰੂ ਜੀ ਇੱਕ ਕੂੰਜੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ। ਵਾਹਿਗੁਰੂ ਜੀ ਸਿਰਫ ਇੱਕ ਓਂਕਾਰ 'ਤੇ ਹੀ ਵਿਸਥਾਰ ਨਾਲ ਵਿਚਾਰ ਅਗਰ ਕੀਤੀ ਜਾਵੇ ਨਾ ਤਾਂ ਵਾਹਿਗੁਰੂ ਜੀ ਕਾਫੀ ਦਿਨ ਉਹਦੇ 'ਤੇ ਵਿਚਾਰ ਸਾਂਝੇ ਹੋ ਸਕਦੇ। ਵਾਹਿਗੁਰੂ ਜੀ ਅਗਰ ਆਪਾਂ ਵਿਚਾਰ ਉਹਦੇ 'ਤੇ ਹੀ ਸਿਰਫ ਕਰੀਏ ਨਾ ਤਾਂ ਜਿੰਨੇ ਮਰਜ਼ੀ ਦਿਨ ਲਾ ਲਈਏ ਤਾਂ ਵੀ ਆਪਾਂ ਉਹਨੂੰ ਪੂਰਾ ਨਹੀਂ ਕਰ ਸਕਦੇ। ਵਾਹਿਗੁਰੂ ਜੀ ਜਿੰਨਾ ਮਰਜ਼ੀ ਵਿਚਾਰ ਕਰ ਲਈਏ। ਹੁਣ ਵਾਹਿਗੁਰੂ ਜੀ ਆਪਾਂ ਦੇਖੀਏ ਤਾਂ ਹੁਣ ਗੱਲ ਇੱਕ ਤੋਂ ਸ਼ੁਰੂ ਕੀਤੀ ਹੈ। ਗੁਰਬਾਣੀ ਦਾ ਜਿਹੜਾ ਵਿਸ਼ਾ ਹੈ ਉਹ ਇੱਕ ਤੋਂ ਸ਼ੁਰੂ ਹੋ ਕੇ, ਜਿਵੇਂ ਵਾਹਿਗੁਰੂ ਜੀ ਭਾਸ਼ਾ ਹੁੰਦੀ ਹੈ ਪੰਜਾਬੀ, ਹਿੰਦੀ, ਦੇਵਨਾਗਰੀ, ਉਰਦੂ ਅਤੇ ਵਾਹਿਗੁਰੂ ਜੀ, ਪਰ ਜੋ ਗੁਰਬਾਣੀ ਸ਼ੁਰੂ ਹੁੰਦੀ ਹੈ ਉਹ ਨਿਊਮੈਰੀਕਲ ਤੋਂ ਸ਼ੁਰੂ ਹੁੰਦੀ ਹੈ, ਗਣਿਤ ਤੋਂ ਸ਼ੁਰੂ ਹੋ ਰਹੀ ਹੈ, ਮੈਥਮੈਟਿਕਸ ਤੋਂ, ਔਰ ਐਂਡ ਵੀ ਗੁਰਬਾਣੀ ਵਿੱਚ ਨਿਊਮੈਰੀਕਲ 'ਤੇ ਹੀ ਹੈ। ਗੱਲ ਇੱਕ ਤੋਂ ਸ਼ੁਰੂ ਹੁੰਦੀ ਹੈ ਅਤੇ ਅਖੀਰ ਵਿੱਚ ਜਿਹੜੀ ਪੰਕਤੀ ਹੈ 18, 10, 20 ਉੱਥੇ ਵੀ ਜੋੜ ਹੀ ਦਿੱਤਾ। ਉਸ ਜੋੜ ਦਾ ਵੀ ਵਾਹਿਗੁਰੂ ਜੀ ਅਰਥ ਹੈ ਜਿਹੜਾ ਗੁਰਬਾਣੀ 'ਚ ਉਹ ਬਹੁਤ ਵੱਡਾ ਭਾਵ ਹੈ। ਅਕਾਲ ਪੁਰਖ ਹੈ ਉਹ ਭਾਵ ਤੋਂ, ਇਮੋਸ਼ਨਸ ਤੋਂ, ਕਲਪਨਾ ਤੋਂ ਹੀ ਪਰੇ ਹੈ। ਵਾਹਿਗੁਰੂ ਜੀ ਆਪਾਂ ਅਗਰ ਸਮਝਣਾ ਚਾਹੀਏ ਤਾਂ ਬਾਣੀ ਦੇ ਰਾਹੀਂ ਤਾਂ ਅਸੀਂ ਵਿਚਾਰ ਸਕਦੇ ਹਾਂ, ਪਰ ਉਂਝ ਅਗਰ ਅਸੀਂ ਬੈਠ ਕੇ ਸੋਚੀਏ ਕਿ ਆਪਾਂ ਕੋਈ ਖੇਡ ਸਮਝ ਸਕੀਏ ਤਾਂ ਨਹੀਂ ਸਮਝ ਸਕਦੇ। ਵਾਹਿਗੁਰੂ ਜੀ ਉਹ ਇਮੋਸ਼ਨਸ ਤੋਂ ਪਰੇ ਨੇ, ਕਿਉਂਕਿ ਇਹਦੇ ਵਿੱਚ ਵੀ ਬਹੁਤ ਵੱਡਾ ਭਾਵ ਅਰਥ ਹੈ ਕਿ ਗੁਰਬਾਣੀ ਜੋ ਅਕਾਲ ਪੁਰਖ ਹੈ ਉਹ ਭਾਵ ਤੋਂ, ਇਮੋਸ਼ਨਸ ਤੋਂ, ਜੋ ਕਲਪਨਾ ਤੋਂ ਹੀ ਪਰੇ ਹੈ, ਉਹ ਇੱਕ ਹੈ। ਇੱਥੇ ਸਿਰਫ ਇਹ ਨਹੀਂ ਕਿਹਾ ਗਿਆ ਕਿ ਅਕਾਲ ਪੁਰਖ ਇੱਕ ਹੈ, ਇਸ ਦਾ ਭਾਵ ਹੈ ਕਿ ਕੀੜੀ ਤੋਂ ਲੈ ਕੇ ਗਲੈਕਸੀ ਸਭ ਉਹੀ ਹੈ। ਵਾਹਿਗੁਰੂ ਜੀ ਜਿਹੜਾ ਬ੍ਰਹਮੰਡ ਹੈ, ਕੀੜੀ ਤੋਂ ਲੈ ਕੇ ਬ੍ਰਹਮੰਡ ਤੱਕ ਉਹੀ ਹੈ। ਇੱਥੇ ਕਹਿਣ ਦਾ ਭਾਵ ਹੈ ਕਿ ਉਹ ਇੱਕ ਹੋ ਕੇ ਵੀ ਇੱਕ ਨਹੀਂ ਹੈ। ਸਾਡੇ ਸਾਰਿਆਂ 'ਚ, ਪੂਰੇ ਬ੍ਰਹਮੰਡ 'ਚ ਹਰ ਥਾਂ ਉਹੀ ਵਸਦੇ ਨੇ। ਠੀਕ ਹੈ ਵਾਹਿਗੁਰੂ ਜੀ, ਚਾਹੇ ਕੋਈ ਜੀਵ ਜੰਤੂ ਹੈ, ਕੋਈ ਜਾਨਵਰ ਦੀ ਅਗਰ ਆਪਾਂ ਮਤਲਬ ਜੇ ਉਹੀ ਹੈ ਹਰ ਥਾਂ, ਹਰ ਇੱਕ ਵਿੱਚ, ਤੇ ਸਾਡੇ ਵਿੱਚ ਕੌਣ ਹੈ? ਫਿਰ ਸਾਡੇ ਵਿੱਚ ਵੀ ਤਾਂ ਉਹੀ ਅਕਾਲ ਪੁਰਖ ਹੀ ਹੈ ਵਾਹਿਗੁਰੂ ਜੀ। ਪਰ ਸਾਨੂੰ ਭੁਲਾਇਆ ਹੋਇਆ ਹੈ ਅਤੇ ਸਿਰਫ ਅਕਾਲ ਪੁਰਖ ਜਿਹੜੇ ਪ੍ਰਕਾਸ਼ ਰੂਪ ਨੇ ਉਹਨਾਂ ਨੂੰ ਹੀ ਸਭ ਕੁਝ ਯਾਦ ਹੈ। ਆਪਾਂ ਗੱਲ ਕਰਦੇ ਓਂਕਾਰ। ਇੱਥੇ ਕਈ ਗੁਰਮੁਖ ਬੋਲ ਦਿੰਦੇ ਓਮਕਾਰ। ਓਮਕਾਰ ਨਹੀਂ ਹੁੰਦਾ ਵਾਹਿਗੁਰੂ ਜੀ, ਓਂਕਾਰ। ਇੱਕ ਤੋਂ ਅਨੇਕ ਹੋਇਆ ਹੈ, ਤ੍ਰੈਗੁਣਾ ਤੋਂ ਰਹਿਤ ਹੋ ਕੇ ਵੀ ਤ੍ਰੈਗੁਣਾ ਦੀ ਉਤਪੱਤੀ ਉਸਨੇ ਕੀਤੀ ਹੈ। ਉਹ ਖੁਦ ਤਾਂ ਇੱਕ ਹੈ ਪਰ ਅਨੇਕਤਾ ਵਿੱਚ ਉਸ ਦੀ ਗਿਣਤੀ ਬੇਅੰਤ ਹੈ। ਉਸ ਦੀ ਤੁਸੀਂ ਗਿਣਤੀ ਨਹੀਂ ਕਰ ਸਕਦੇ ਵਾਹਿਗੁਰੂ ਜੀ, ਤਾਂ ਓਂਕਾਰ ਕਹਿਤਾ ਹੈ ਜੋ ਇੱਕ ਹੈ ਫਿਰ ਅਨੇਕ ਹੈ। ਵਾਹਿਗੁਰੂ ਤੁਸੀਂ ਦੇਖਿਓ ਓਂਕਾਰ ਦੇ ਉੱਪਰ ਵਾਹਿਗੁਰੂ ਜੀ ਲਾਈਨ ਕੱਢੀ ਹੋਈ ਜਿਹੜੀ, ਉਹ ਇਸ ਕਰਕੇ ਹੈ ਵੀ ਉਹ ਅਕਾਲ ਪੁਰਖ ਦਾ ਕੋਈ ਅੰਤ ਨਹੀਂ ਪਾ ਸਕਦਾ ਅਤੇ ਉਹ ਨਾਦ ਰੂਪ ਹੈ। ਲੀਕ ਜਿਹੜੀ ਹੈ ਵਾਹਿਗੁਰੂ ਜੀ ਅਨਹਦ ਹੁੰਦੀ ਹੈ, ਉਹਦਾ ਕੋਈ ਐਂਡ ਨਹੀਂ ਹੁੰਦਾ। ਫਿਰ ਆਉਂਦਾ ਹੈ ਸਤਨਾਮ। ਸਤ ਦਾ ਭਾਵ ਹੈ ਕਿ ਉਹ ਜਿਹੜਾ ਸੱਚਾ ਹੈ, ਧਰਮ ਹੈ। ਧਰਮ ਕੀ ਹੁੰਦਾ ਹੈ? ਹਿੰਦੂ, ਮੁਸਲਿਮ, ਸਿੱਖ, ਈਸਾਈ, ਜੈਨੀ, ਬੋਧੀ, ਇਹ ਕੋਈ ਧਰਮ ਨਹੀਂ ਹੁੰਦਾ। ਸਿਰਫ ਇੱਕ ਸੱਚਾ ਧਰਮ ਹੈ, ਅਕਾਲ ਪੁਰਖ ਹੀ ਧਰਮ ਹੈ। ਇਸ ਧਰਮ ਤੱਕ ਸੰਤ, ਗੁਰਮੁਖ, ਭਗਤ ਪਹੁੰਚਦੇ ਨੇ। ਦੁਨੀਆ ਜਿਹੜੀ ਹੈ ਉਹ ਵਿਚਾਰਾਂ ਦੇ ਧਰਮ ਬਣਾ ਕੇ ਵਿਚਾਰਾਂ ਵਿੱਚ ਹੀ ਖਤਮ ਕਰ ਦਿੰਦੀ ਹੈ। ਨਾਮ ਦੇ ਭਾਵ ਹੈ ਉਸ ਦੀ ਭਗਤੀ, ਜਿਹੜੇ ਸੱਤ ਦੇ ਮੁਖ ਦੇ ਵਿੱਚੋਂ ਆਵਾਜ਼ ਨਿਕਲਦੀ ਪਈ ਹੈ, ਜਾਂ ਕਹਿ ਸਕਦੇ ਹਾਂ ਉਹ ਮਹਾਸ਼ਕਤੀ ਦੇ ਵਿੱਚੋਂ ਜਿਹੜੀ ਆਵਾਜ਼ ਪ੍ਰਗਟ ਹੋ ਰਹੀ ਹੈ, ਜਿਹੜੀ ਵਿਰਲੇ ਗੁਰਮੁਖਾਂ ਨੂੰ ਸੁਣਦੀ ਹੈ, ਜਿਸ ਨੂੰ ਅਨਹਦ ਬਾਣੀ, ਸਹਿਜ ਧੁਨ, ਅਨਹਦ ਨਾਦ, ਉਹ ਨਾਮ ਹੈ ਵਾਹਿਗੁਰੂ ਜੀ। ਉਹ ਭਗਤੀ ਹੈ। ਆਪਾਂ ਵਿਚਾਰ ਲਿਆ ਵਾਹਿਗੁਰੂ ਜੀ ਹੁਣ ਤੱਕ ਇੱਕ ਓਂਕਾਰ, ਸਤਨਾਮ, ਹੁਣ ਆ ਗਿਆ ਵਾਹਿਗੁਰੂ ਜੀ
ਕਰਤਾ। ਕਰਤਾ ਦਾ ਭਾਵ ਹੈ ਕਿ ਸਾਡੇ ਵੱਸ ਕੁਝ ਵੀ ਨਹੀਂ, ਕਿਉਂਕਿ ਕਰਦਾ ਤਾਂ ਸਭ ਕੁਝ ਉਹ ਹੈ, ਆਪਣੇ ਵੱਸ ਤਾਂ ਕੁਝ ਵੀ ਨਹੀਂ ਵਾਹਿਗੁਰੂ ਜੀ। ਪੁਰਖ ਦਾ ਭਾਵ ਵਾਹਿਗੁਰੂ ਜੀ ਪ੍ਰਧਾਨ ਉਹੀ ਹੈ, ਅਸੀਂ ਉਸ ਦੇ ਬੱਚੇ ਹਾਂ, ਸਭ ਉਸ ਤੋਂ ਹੀ ਉਤਪਤੀ ਜਿਹੜੀ ਹੈ ਉਹ ਹੋਈ ਹੈ, ਤਾਂ ਹੀ ਕਰਤਾ ਵੀ ਉਹ ਆਪ ਹੀ ਹੈ, ਅਕਾਲ ਪੁਰਖ। ਤੇ ਉਸ ਅਕਾਲ ਪੁਰਖ ਤੋਂ ਹੀ ਸਾਰੇ ਬ੍ਰਹਮੰਡ ਦਾ ਜਿਹੜਾ ਹੈ ਪਸਾਰਾ ਹੋਇਆ ਹੈ ਵਾਹਿਗੁਰੂ ਜੀ। ਫਿਰ ਆ ਜਾਂਦਾ ਹੈ ਨਿਰਭਉ। ਨਿਰਭਉ ਦਾ ਭਾਵ ਉਹ ਕਿਸੇ ਤੋਂ ਡਰਦਾ ਨਹੀਂ। ਹੁਣ ਉਹ ਡਰੇ ਕਿਤੇ ਤੋਂ, ਬਣਾਇਆ ਹੀ ਉਸਨੇ ਆਪ ਹੈ ਸਭ ਕੁਝ ਵਾਹਿਗੁਰੂ ਜੀ। ਤੁਸੀਂ ਏਦਾਂ ਕਰਕੇ ਦੇਖ ਲਓ ਵੀ ਆ ਹੁਣ ਮੰਨ ਲਓ ਵੀ ਤੁਸੀਂ ਆਪ ਹੀ ਕੋਈ ਚੀਜ਼ ਬਣਾਈ ਹੈ ਤੇ ਵਾਹਿਗੁਰੂ ਜੀ ਤੁਸੀਂ ਉਹਦੇ ਤੋਂ ਥੋੜੀ ਡਰੋਗੇ, ਤੁਹਾਨੂੰ ਪਤਾ ਹੈ ਮੈਂ ਹੀ ਬਣਾਈ ਹੈ ਵਾਹਿਗੁਰੂ ਜੀ, ਆਪਾਂ ਉਸ ਚੀਜ਼ ਤੋਂ ਕੋਈ ਡਰ ਥੋੜੀ ਰੱਖਾਂਗੇ, ਡਰਾਂਗੇ ਥੋੜੀ। ਉਦਾਂ ਹੀ ਵਾਹਿਗੁਰੂ ਜੀ ਜਿਹੜੀ ਦੁਨੀਆ ਹੈ ਉਹ ਅਕਾਲ ਪੁਰਖ ਦੀ ਹੀ ਰਚੀ ਹੈ, ਤਾਂ ਉਹਨੂੰ ਕਿਸ ਚੀਜ਼ ਦਾ ਡਰ? ਏਦਾਂ ਹੀ ਵਾਹਿਗੁਰੂ ਜੀ ਹੁਣ ਉਹ ਕਿਤੇ ਤੋਂ ਡਰਨਗੇ, ਉਹ ਤਾਂ ਸਾਰਾ ਕੁਝ ਬਣਾਇਆ ਹੀ ਉਹਨਾਂ ਦਾ ਆਪਣਾ ਹੈ, ਤਾਂ ਉਹ ਨੇ ਨਿਰਭਉ। ਅੱਗੇ ਆ ਜਾਂਦਾ ਵਾਹਿਗੁਰੂ ਜੀ ਨਿਰਵੈਰ। ਕਿਸੇ ਨਾਲ ਵੈਰ ਨਹੀਂ ਕਰਦਾ, ਉਹਦੀ ਆਪਣੀ ਖੇਡ ਹੈ ਤਾਂ ਕਿਸ ਨਾਲ ਵੈਰ ਕਰੇ? ਵੈਰ ਤਾਂ ਫੇਰ ਕਰੇ ਜੇ ਕੋਈ ਦੂਜਾ ਹੋਵੇ ਸਾਹਮਣੇ, ਉਹਦੇ ਬਰਾਬਰ ਦਾ ਹੋਰ ਕੋਈ ਹੈ ਹੀ ਨਹੀਂ। ਵੈਰ ਤਾਂ ਸਾਡੇ ਵਰਗੇ ਹੀ ਕਰ ਸਕਦੇ ਨੇ, ਅਕਾਲ ਪੁਰਖ ਨਹੀਂ ਕਰਦਾ। ਅਸੀਂ ਵੀ ਵੈਰ ਉਦੋਂ ਤੱਕ ਹੀ ਕਰਦੇ ਹਾਂ ਜਦੋਂ ਤੱਕ ਸਾਨੂੰ ਮਨ ਦੀ ਪਹਿਚਾਣ ਨਹੀਂ ਹੁੰਦੀ। ਜੇ ਸਾਡੇ ਮਨ ਵਿੱਚ ਕਿਸੇ ਲਈ ਵੈਰ ਜਾਂ ਸਾਨੂੰ ਕਿਸੇ ਦਾ ਡਰ ਹੈ ਤਾਂ ਸਮਝੋ ਅਸੀਂ ਹਜੇ ਤੱਕ ਅਕਾਲ ਪੁਰਖ ਤੱਕ ਪਹੁੰਚੇ ਹੀ ਨਹੀਂ ਵਾਹਿਗੁਰੂ ਜੀ। ਅਕਾਲ ਮੂਰਤ, ਉਹ ਆਪ ਤਾਂ ਅਕਾਲ ਹੈ ਜਿਸ ਦੀ ਕੋਈ ਮੂਰਤ ਨਹੀਂ, ਪਰ ਜਦੋਂ ਉਹ ਪਸਾਰੇ ਵਿੱਚ ਆ ਜਾਂਦਾ ਹੈ ਤਾਂ ਸਾਰੀਆਂ ਮੂਰਤਾਂ ਉਸੇ ਦੀਆਂ ਹੀ ਨੇ ਵਾਹਿਗੁਰੂ ਜੀ। ਜਦੋਂ ਆਪਣੇ ਮਨ ਨੂੰ ਪੰਜਾਂ ਤੱਤਾਂ ਦਾ ਆਕਾਰ ਦਿੱਤਾ ਜਾਂਦਾ ਹੈ, ਪ੍ਰਕਾਸ਼ ਦੇ ਵਿੱਚ ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਜ ਤੱਤਾਂ ਤੇ ਜਨਮਾ, ਉਦੋਂ ਨਿਰੰਕਾਰ ਅਕਾਲ ਪੁਰਖ ਦੀ ਸਟੇਜ ਵਿੱਚ ਆਉਂਦੇ ਨੇ। ਅੱਗੇ ਆ ਗਿਆ ਵਾਹਿਗੁਰੂ ਜੀ ਅਜੂਨੀ। ਉਹ ਅਕਾਲ ਪੁਰਖ ਜੀ ਜੂਨਾਂ ਤੋਂ ਰਹਿਤ ਨੇ, ਉਹ ਕਿਸੇ ਵੀ ਜੂਨ ਵਿੱਚ ਨਹੀਂ ਆਉਂਦੇ। ਉਹਨਾਂ ਨੇ ਸਾਰੀਆਂ ਜੂਨਾਂ ਬਣਾਈਆਂ ਪਰ ਖੁਦ ਜੂਨ ਤੋਂ ਰਹਿਤ ਨੇ। ਜੂਨ ਕੀ ਹੈ? ਸੂਖਮ ਮਨ ਆ ਕੇ ਦ੍ਰਿਸ਼ਟਮਾਨ ਕਿਸੇ ਵੀ ਕੱਪੜੇ ਨਾਲ ਜੁੜ ਜਾਂਦਾ ਹੈ। 50 ਸਾਲ ਲਈ, 100 ਸਾਲ ਲਈ, 150 ਸਾਲ ਲਈ ਉਹਨਾਂ ਨੂੰ ਆਪਾਂ ਜੂਨ ਕਹਿੰਦੇ ਹਾਂ। ਗੁਰਬਾਣੀ ਵਿੱਚ ਜੂਨ ਨੂੰ ਖੇਡ ਦੱਸਿਆ ਗਿਆ ਹੈ। ਕੋਈ ਹਾਥੀ ਬਣ ਕੇ ਖੇਡ ਰਿਹਾ ਹੈ, ਕੋਈ ਇਨਸਾਨ ਬਣ ਕੇ ਖੇਡ ਰਿਹਾ ਹੈ ਤੇ ਕੋਈ ਪੰਛੀ ਬਣ ਕੇ ਖੇਡ ਰਿਹਾ ਹੈ। ਸਾਨੂੰ ਲੱਗਦਾ ਹੈ ਕਿ ਕੋਈ ਮਰ ਗਿਆ ਜਾਂ ਮਰ ਜਾਂਦਾ ਹੈ, ਪਰ ਭਗਤਾਂ ਦੀ ਨਜ਼ਰ ਨੇ ਇਸ ਨੂੰ ਖੇਡ ਦੱਸਿਆ। ਉਹ ਕਹਿੰਦੇ ਕੋਈ ਨਹੀਂ ਮਰਦਾ। ਅੱਗੇ ਆ ਗਿਆ ਵਾਹਿਗੁਰੂ ਜੀ ਸਹਿ ਭੰਗ। ਉਹ ਸਭ ਆਪ ਚਲਾ ਰਿਹਾ ਹੈ, ਉਸ ਨੂੰ ਕੋਈ ਨਹੀਂ ਚਲਾ ਰਿਹਾ। ਉਹ ਖੁਦ ਨੂੰ ਖੁਦ ਚਲਾ ਰਿਹਾ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਨਾ ਉਹਨਾਂ ਨੂੰ ਕਿਸੇ ਨੇ ਥਾਪਿਆ ਹੈ, ਉਸ ਦਾ ਨਾ ਕੋਈ ਮਾਂ ਬਾਪ ਹੈ। ਆਪ ਵਿੱਚੋਂ ਆਪ ਪ੍ਰਗਟ ਹੋ ਕੇ ਮਾਤਾ ਪਿਤਾ ਬਣਾਏ ਨੇ। ਮਾਤਾ ਪਿਤਾ ਦਾ ਕਨਸੈਪਟ ਹੀ ਅਕਾਲ ਪੁਰਖ ਨੇ ਦਿੱਤਾ ਹੈ। ਉਹ ਖੁਦ ਸਹਿ ਭੰਗ ਹੈ, ਖੁਦ ਨੂੰ ਖੁਦ ਚਲਾ ਰਿਹਾ ਹੈ। ਅੱਗੇ ਆ ਜਾਂਦਾ ਹੈ ਵਾਹਿਗੁਰੂ ਜੀ ਗੁਰਪ੍ਰਸਾਦ। ਗੁਰੂ ਕਿਰਪਾ ਰਾਹੀਂ ਅਕਾਲ ਪੁਰਖ ਜੀ ਨੂੰ ਪਹਿਚਾਨਿਆ ਜਾਂਦਾ ਹੈ। ਗੁਰੂ ਹੋਵੇ ਤੇ ਅਨਹਦ ਨਾਦ ਹੋਵੇ, ਫਿਰ ਤੁਸੀਂ ਅਕਾਲ ਪੁਰਖ ਜੀ ਨੂੰ ਪਹਿਚਾਨ ਸਕਦੇ ਹੋ। ਗੁਰਪ੍ਰਸਾਦ ਹੈ ਜਦੋਂ ਗੁਰੂ ਸਾਹਿਬ ਜੀ ਸਾਨੂੰ ਅੰਮ੍ਰਿਤ ਰਸ ਬਖਸ਼ਦੇ ਨੇ। ਅੱਗੇ ਆ ਜਾਂਦਾ ਹੈ ਵਾਹਿਗੁਰੂ ਜੀ ਜਪ। ਇੱਥੋਂ ਜਪਜੀ ਸਾਹਿਬ ਦੀ ਬਾਣੀ ਸ਼ੁਰੂ ਹੋ ਗਈ ਹੈ। ਉਹਨੂੰ ਜਪੋ, ਕਿਉਂਕਿ ਹੈ ਹੀ ਸਿਰਫ ਉਹ ਇੱਕ। ਦੂਜਾ ਕਾਹੇ ਸਿਮਰੀਐ, ਜੰਮੇ ਤੇ ਮਰ ਜਾਏ, ਇੱਕੋ ਸਿਮਰੋ ਨਾਨਕਾ, ਜੋ ਜਲ ਥਲ ਰਹਿਆ ਸਮਾਏ। ਅੱਗੇ ਆ ਗਿਆ ਵਾਹਿਗੁਰੂ ਜੀ ਆਦਿ ਸੱਚ। ਆਦਿ ਦੇ ਵਿੱਚ ਵੀ ਉਹ ਆਪ ਸੀ, ਜੁਗਾਦ ਸੱਚ। ਜਿੰਨੇ ਯੁੱਗ ਹੋਏ ਨੇ ਉਹ ਵੀ ਸੱਚ ਹੀ ਸੀ, ਉਹਦੀ ਹੀ ਖੇਡ ਸੀ, ਹੈ ਵੀ ਸੱਚ, ਹੁਣ ਤੱਕ ਵੀ ਸੱਚ ਹੈ। ਨਾਨਕ ਹੋਸੀ ਵੀ ਸੱਚ ਤੇ ਹੁੰਦਾ ਰਹੇਗਾ ਸੱਚ। ਹੁਣ ਮੂਲ ਮੰਤਰ ਨੂੰ ਸਮਝ ਕੇ ਫੁਰਨਾ ਬੰਦ ਹੋ ਜਾਣਾ ਚਾਹੀਦਾ ਹੈ। ਇੰਨੀ ਗੱਲ ਜੇ ਅਸੀਂ ਮਨ ਵਿੱਚ ਵਸਾ ਲਈਏ, ਫਿਰ ਫੁਰਨਾ ਤਾਂ ਕੋਈ ਰਹਿ ਹੀ ਨਹੀਂ ਜਾਏਗਾ। ਹਉਮੈ ਟੁੱਟ ਗਈ, ਨਿਰਭਉ ਹੋ ਗਏ, ਨਿਰਵੈਰ ਹੋ ਗਏ। ਗਿਆਨ ਦੁਆਰਾ ਜੇ ਆਪਾਂ ਇਹਨੂੰ ਸਿਰਫ ਪੜ੍ਹਦੇ ਰਹੇ ਜਾਂ ਕਿਤਾਬੀ ਗਿਆਨ ਸਮਝ ਲਈਏ ਨਾ, ਅਗਰ ਆਪਾਂ ਇਸ ਨੂੰ ਸਿਰਫ ਕਿਤਾਬੀ ਗਿਆਨ, ਤਾਂ ਵਾਹਿਗੁਰੂ ਜੀ ਫਿਰ ਕੋਈ ਫਾਇਦਾ ਨਹੀਂ। ਵਾਹਿਗੁਰੂ ਜੀ ਜਪ, ਮਹਾਰਾਜ ਕਹਿੰਦੇ ਕਿ ਜਪ। ਹੁਣ ਵਾਹਿਗੁਰੂ ਜੀ ਆਪਾਂ ਜਦੋਂ ਇਸ ਨੂੰ ਵਿਚਾਰ ਰਹੇ ਹਾਂ ਤਾਂ ਆਪਾਂ ਜਪਣਾ ਕਿਹਨੂੰ ਹੈ, ਕਿਸ ਨੂੰ ਜਪੀਏ? ਵਾਹਿਗੁਰੂ ਜੀ ਆਪਾਂ ਉਸ ਨੂੰ ਜਪਣਾ ਹੈ ਜਿਹੜਾ ਕਦੀ ਮਰਦਾ ਨਹੀਂ, ਜਿਹੜਾ ਪ੍ਰਕਾਸ਼ ਰੂਪੀ ਹੈ, ਜਿਸ ਨੂੰ ਅਕਾਲ ਪੁਰਖ ਕਿਹਾ ਜਾਂਦਾ ਹੈ। ਵਾਹਿਗੁਰੂ ਜੀ ਆਪਾਂ ਉਹਨੂੰ ਕਿਉਂ ਜਪੀਏ, ਉਹਨੂੰ ਕਿਉਂ ਪੂਜੀਏ? ਜਿਹਨੂੰ ਕਾਲ ਹੀ ਖਾ ਗਿਆ,
ਜਿਸ ਨੂੰ ਕਾਲ ਹੀ ਖਾ ਜਾਂਦਾ ਹੈ ਵਾਹਿਗੁਰੂ ਜੀ, ਆਪਾਂ ਉਸ ਨੂੰ ਥੋੜੀ ਜਪਾਂਗੇ। ਅਸੀਂ ਅਕਾਲ ਪੁਰਖ ਨੂੰ ਜਪਾਂਗੇ, ਜਿਹੜਾ ਪ੍ਰਕਾਸ਼ ਰੂਪ ਹੈ, ਜਿਹੜਾ ਦਸਮ ਦੁਆਰ ਦੇ ਵਿੱਚ ਵਿਰਾਜਮਾਨ ਨੇ, ਸੱਚਖੰਡ ਦੀ ਖੇਡ ਨੂੰ ਸਮਝ ਕੇ। ਵਾਹਿਗੁਰੂ ਜੀ, ਆਪਾਂ ਉਸ ਨੂੰ ਹੀ ਜਪਣਾ ਹੈ ਜਿਹਨੂੰ ਸਾਡੇ ਗੁਰੂ ਸਾਹਿਬ ਜੀ ਨੇ ਜਪਣ ਲਈ ਕਿਹਾ ਹੈ। ਕਿਸੇ ਗੱਲ ਦੀ ਕੋਈ ਕਦੀ ਵੀ ਭਟਕਣਾ ਸਾਡੇ ਅੰਦਰ ਨਹੀਂ ਹੋਣੀ ਚਾਹੀਦੀ। ਗੁਰੂ ਦੇ ਬੱਚਿਆਂ ਵਿੱਚ ਵਾਹਿਗੁਰੂ ਜੀ, ਚਾਹੇ ਉਹ ਸਿੰਘ ਹੋਵੇ, ਚਾਹੇ ਕੋਈ ਸਿੰਘਣੀ ਹੋਵੇ, ਵਾਹਿਗੁਰੂ ਜੀ, ਉਹਨਾਂ ਦੇ ਅੰਦਰ ਇਸ ਗੱਲ ਦੀ ਭਟਕਣਾ ਨਹੀਂ ਹੋਣੀ ਚਾਹੀਦੀ ਕਿ ਅਸੀਂ ਕਿਸ ਨੂੰ ਜਪੀਏ। ਇਹ ਤਾਂ ਕੁਐਸਚਨ ਹੋਣਾ ਹੀ ਨਹੀਂ ਚਾਹੀਦਾ। ਸਾਡਾ ਇਹ ਕੁਐਸਚਨ ਕਲੀਅਰ ਹੋਣਾ ਚਾਹੀਦਾ ਕਿ ਅਸੀਂ ਜਪਣਾ ਉਸ ਅਕਾਲ ਪੁਰਖ ਨੂੰ। ਵਾਹਿਗੁਰੂ ਜੀ, ਗੁਰੂ ਸਾਹਿਬ ਜੀ ਨੇ ਹੀ ਉਪਦੇਸ਼ ਦਿੱਤਾ ਨਾ ਕਿ ਤੁਸੀਂ ਸਿਰਫ ਉਸ ਅਕਾਲ ਪੁਰਖ ਦੀ ਬੰਦਗੀ ਕਰਨੀ ਹੈ। ਤਾਂ ਵਾਹਿਗੁਰੂ ਜੀ, ਜਿਹੜਾ ਸਾਡਾ ਸੀਸ ਹੈ, ਆਪਾਂ ਇੱਕ ਵਾਰੀ ਉਦੋਂ ਭੇਟ ਕਰਤਾ ਜਦੋਂ ਅਸੀਂ ਅੰਮ੍ਰਿਤ ਛਕ ਲਿਆ। ਤੇ ਮੰਨ ਲਓ ਅਗਰ ਕਿਸੇ ਗੁਰਮੁਖ ਨੇ ਅਜੇ ਅੰਮ੍ਰਿਤ ਨਹੀਂ ਵੀ ਛਕਿਆ, ਪਰ ਹੈ ਤਾਂ ਗੁਰੂ ਦਾ ਸਿੱਖ ਹੈ ਨਾ, ਸਿੱਖਾਂ 'ਚ ਹੀ ਤਾਂ ਪੈਦਾ ਹੋਏ ਨਾ ਵਾਹਿਗੁਰੂ ਜੀ ਅਸੀਂ, ਤਾਂ ਸਾਡਾ ਸੀਸ ਜਿਹੜਾ ਝੁਕਣਾ ਚਾਹੀਦਾ ਨਾ ਵਾਹਿਗੁਰੂ ਜੀ, ਉਹ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੂਰੇ ਗੁਰੂ ਜਿਹੜੇ ਸਾਡੇ, ਉਹਨਾਂ ਦੇ ਅੱਗੇ ਹੀ ਝੁਕਣਾ ਚਾਹੀਦਾ। ਰਿਸਪੈਕਟ ਆਪਾਂ ਸਾਰਿਆਂ ਦੀ ਕਰਨੀ ਆ ਵਾਹਿਗੁਰੂ ਜੀ। ਸਾਡੇ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਹੈ, ਕਿਸੇ ਦੀ ਨਿੰਦਿਆ, ਮਹਾਰਾਜ ਤਾਂ ਕਹਿੰਦੇ ਕਿਸੇ ਉਸ ਮਨਮੁਖ ਦੀ ਵੀ ਨਿੰਦਿਆ ਨਹੀਂ ਕਰਨੀ ਜਿਹੜਾ ਮਨਮੁਖ ਹੋਵੇ, ਪਰ ਜਿਹੜਾ ਆਪਾਂ ਉਪਦੇਸ਼ ਜਾਣਨਾ ਆਪਣੀ ਜ਼ਿੰਦਗੀ ਦੇ ਵਿੱਚ, ਆਪਾਂ ਚੱਲਣਾ ਕਿਸ ਰਾਹ ਤੇ ਹੈ, ਜੋ ਸਾਡੇ ਗੁਰੂ ਸਾਹਿਬ ਜੀ ਨੇ ਸਮਝਾਇਆ। ਸੀਸ ਜਿਹੜਾ ਝੁਕਾਣਾ ਹੈ, ਉਹ ਆਪਣੇ ਗੁਰੂ ਅੱਗੇ ਝੁਕਾਣਾ ਹੈ। ਇਹਨਾਂ ਗੱਲਾਂ ਦਾ ਵਾਹਿਗੁਰੂ ਜੀ ਧਿਆਨ ਰੱਖਿਓ। ਵਾਹਿਗੁਰੂ ਜੀ, ਅਗਲੀ ਵੀਡੀਓ ਵਿੱਚ ਆਪ ਜੀ ਸੁਣੋਗੇ, ਸਰਵਣ ਕਰੋਗੇ ਪਹਿਲੀ ਪੌੜੀ ਤੋਂ। ਜਪਜੀ ਸਾਹਿਬ 'ਚ ਜਿਹੜੀ ਆਪਾਂ ਪਹਿਲੀ ਪੌੜੀ ਪੜ੍ਹਦੇ ਹਾਂ, ਉੱਥੋਂ ਦੀ ਸਟਾਰਟ ਹੋਏਗੀ ਅਗਲੀ ਵੀਡੀਓ। ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।